खबर खास ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗਗਨਦੀਪ ਕੌਰ। ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਭਰੋਸਾ ਵੀ ਦਿੱਤਾ ਸੀ ਕਿ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਮੰਡੀਆਂ ਦੇ ਵਿੱਚ ਕਰਨਾ ਨਹੀਂ ਪਏਗਾ। पर 1 महीना पूरा हो चुका है, किसानों दी परेशानियां खत्म होने का नाम नहीं लै रही, सगों रोजाना उन्होंने अगे नवीं नवीं चुनौतियां खड़ियां हो रही ने। पर सरकार हाले भी सिर्फ दावे ही करती हुई नजर आ रही है, पर इन्हां दावां दी जमीनी हकीकत की है, इस ते आधारित साडी खास पेशकश मंडियां दी ग्राउंड रिपोर्ट लाइव। पंजाब ਦੀਆਂ ਮੰਡੀਆਂ ਦੇ ਵਿੱਚ ਨਾਜਾਇਜ਼ ਤੌਰ ਤੇ ਵਸੂਲਿਆ ਜਾ ਰਿਹਾ ਡਾਲਾ ਟੈਕਸ ਤੇ ਮਾਮਲਾ ਹੁਣ ਰੁਕ ਨਹੀਂ ਰਿਹਾ। ਪੀਟੀਸੀ ਨਿਊਜ਼ ਨੇ ਸਭ ਤੋਂ ਪਹਿਲਾਂ ਜਲਾਲਾਬਾਦ ਦੀ ਮੰਡੀ ਦਾ ਮਾਮਲਾ ਨਸ਼ਰ ਕੀਤਾ ਸੀ, ਪਰ ਇਸ ਤੋਂ ਪਹਿਲਾਂ ਕਿ ਸਰਕਾਰ ਉਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰਦੀ, ਉਹਨਾਂ ਕਈ ਥਾਵਾਂ ਤੋਂ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਕਿ ਇਸ ਦੀ ਵਸੂਲੀ ਬਦਦਸਤੂਰ ਜਾਰੀ ਹੈ। ਅਜਿਹੇ ਦੇ ਵਿੱਚ ਹੁਣ ਸਰਕਾਰ ਦੇ ਮੰਤਰੀ ਕੀ ਸਫਾਈ ਦੇ ਰਹੇ ਨੇ, ਆਓ ਦੇਖਦੇ ਹਾਂ ਖਾਸ ਰਿਪੋਰਟ। ਕਰਦੀ ਦਾ ਬੋਲਬਾਲਾ ਗੁੰਡਾ ਪਰਚੀ ਤੋਂ ਬਾਅਦ ਡਾਲਾ ਟੈਕਸ ਨੇ ਲੁੱਟੀ ਜਨਤਾ। सीएम ਦਾ ਭਰੋਸਾ ਵੀ ਹੋਇਆ ਬੇਅਸਰ। ਸਿਆਸੀ ਸ਼ਹਿਦ ਜਾਰੀ ਹੈ ਗਰੀਬ ਮਾਰ। ਜੀ ਹਾਂ, ਹੁਣ ਤੱਕ ਪੰਜਾਬ ਵਿੱਚ ਗੁੰਡਾ ਟੈਕਸ ਦਾ ਬੋਲਬਾਲਾ ਸੀ, ਪਰ ਮੰਡੀਆਂ ਵਿੱਚ ਪਹੁੰਚ ਕੇ ਇਹ ਗੁੰਡਾ ਟੈਕਸ ਡਾਲਾ ਟੈਕਸ ਵਿੱਚ ਤਬਦੀਲ ਹੋ ਗਿਆ। ਯਾਨੀ ਜੇ ਮੰਡੀਆਂ ਵਿੱਚੋਂ ਕਣਕ ਚੁਕਵਾਉਣੀ ਹੈ ਤਾਂ ਹਰ ਬੋਰੀ ਤੇ ਧੱਕੇਸ਼ਾਹੀ ਵਾਲਾ ਡਾਲਾ ਟੈਕਸ ਠੇਕੇਦਾਰ ਵਸੂਲੇਗਾ, ਉਹ ਵੀ ਇਹਨਾਂ ਗਰੀਬ ਮਜ਼ਦੂਰਾਂ ਤੋਂ। ਅਜਿਹਾ ਹੀ ਮਾਮਲਾ ਜਦੋਂ ਜਲਾਲਾਬਾਦ ਵਿੱਚ ਸਾਹਮਣੇ ਆਇਆ ਸੀ, ਜਿੱਥੇ ਆੜ੍ਹਤੀਆਂ ਤੋਂ 4 ਰੁਪਏ ਪ੍ਰਤੀ ਬੋਰੀ ਡਾਲਾ ਟੈਕਸ ਵਸੂਲਿਆ ਜਾ ਰਿਹਾ ਸੀ, ਤਾਂ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਉਸ ਦਾ ਕਿੰਨਾ ਕੁ ਅਸਰ ਹੋਇਆ, ਫਰੀਦਕੋਟ ਦੀ ਮੰਡੀ ਵਿੱਚ ਇਹ ਮਜ਼ਦੂਰ ਖੁਦ ਬਿਆਨ ਕਰ ਰਹੇ ਨੇ। ਗੱਡੀਆਂ ਲੈਂਦੀਆਂ ਨਹੀਂ, ਫਿਰ ਗਾਂ ਕਹਿੰਦੇ ਕਿ ਡਾਲਾ ਦੋ। ਲੋਕਲ ਗੱਡੀਆਂ ਦਾ ਕਿਹੜਾ ਡਾਲਾ ਹੁੰਦਾ ਹੈਗਾ, ਦੱਸੋ ਸਾਨੂੰ। ਧੱਕਾ ਹੀ ਹੈਗਾ ਜੀ ਸਾਰਾ। ਹਾਂਜੀ, ਇਹ ਜੋ ਮਰਦਾ ਕੋਣ ਗਰੀਬ ਬੰਦਾ ਮਰੀ ਜਾਂਦਾ ਹੈਗਾ। ਚੌਧਰੀ ਮਰਦਾ ਸਾਰਾ ਪਹਿਲਾਂ, ਜਿਹੜੇ 6 ਮਹੀਨੇ ਗੁਲਾਮੀ ਕਰਦਾ ਹੈਗਾ। ਮਹੀਨਿਆਂ ਬੱਧੀ ਸ਼ਖਸ ਮਿਹਨਤ ਕਰਨ ਧੁੱਪਾਂ ਵਿੱਚ ਸੜ ਆਂਦਾ ਥਾ, ਇਸ ਆਸ ਵਿੱਚ ਮੰਡੀ ਵਿੱਚ ਪਹੁੰਚਦਾ ਕਿ ਫਸਲ ਵਿਕਣ ਤੋਂ ਬਾਅਦ ਮਿਹਨਤ ਦਾ ਮੁੱਲ ਮਿਲੇਗਾ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ। ਮੰਡੀਆਂ ਵਿੱਚ ਹੋ ਰਹੀ ਨਾਜਾਇਜ਼ ਵਸੂਲੀ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਕਿਸਾਨ ਇਸ ਤੋਂ ਨਿਜਾਤ ਦਿਵਾਉਣ ਦੀ ਮੰਗ ਕਰ ਰਹੇ ਨੇ। ਕਿਸੇ ਦੁਕਾਨ ਤੇ ਕੋਈ 2000 ਗੱਟਾ ਚੱਕਿਆ, ਕਿਸੇ ਦੁਕਾਨਾਂ ਦੇ ਉੱਤੇ 1 ਗੱਟਾ ਵੀ ਨਹੀਂ ਚੱਕਿਆ। ਜੇ ਕੋਈ ਗੱਟਾ ਚਕਾਉਂਦੇ ਆ ਟਰੱਕਾਂ ਵਾਲੇ 4 ਰੁਪਏ ਤੋਂ ਪ੍ਰਤੀ, ਸਾਨੂੰ ਕਹਿੰਦੇ ਸਾਨੂੰ ਗੱਟੇ ਦਾ 4 ਰੁਪਏ ਗੱਟਾ ਤੁਹਾਡੇ ਤੋਂ ਲੈਣਾ ਸੀ। ਸਾਨੂੰ ਠੇਕੇਦਾਰ ਪੇਮੈਂਟ ਨਹੀਂ ਕਰਦਾਗਾ, ਅਸੀਂ ਪੇਮੈਂਟ ਤੁਹਾਡੇ ਤੋਂ ਨਗਦ ਲੈਣੀ ਹੈ। ਸਾਨੂੰ ਮਾਰਿਆਂ ਨੂੰ ਦੇਣੀ ਪੈਂਦੀ ਹੈ ਜੀ, ਕਿਉਂਕਿ ਸਾਨੂੰ ਇੱਥੇ ਮੱਛਰ ਖਾ ਜਾਂਦਾ, ਚੋਰ ਚੋਰੀਆਂ ਕਰਦੇ ਆ, ਸਾਡੀਆਂ ਬੋਰੀਆਂ ਚੱਕ ਕੇ ਲੈ ਜਾਂਦੇ ਆ। ਮਜ਼ਦੂਰ ਪਰੇਸ਼ਾਨ, ਕਿਸਾਨ ਪਰੇਸ਼ਾਨ, ਆੜ੍ਹਤੀ ਵੀ ਪਰੇਸ਼ਾਨ ਤੇ ਸਰਕਾਰ ਅਜੇ ਵੀ ਦਾਅਵਾ ਕਰ ਰਹੀ ਹੈ ਕਿ ਜੇ ਅਜਿਹੇ ਟੈਕਸ ਵਸੂਲਣ ਦੇ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਜਾਏਗਾ ਤਾਂ ਉਸ ਦਾ ਵੀ ਲਾਇਸੈਂਸ ਕੈਂਸਲ ਹੋਏਗਾ ਅਤੇ ਕਾਰਵਾਈ ਵੀ ਹੋਏਗੀ। ਸਾਡੇ ਡੀਸੀ ਵੀ ਮੰਡੀਆਂ 'ਚ ਰਹੇ ਹੈ, ਨਾਲ ਡੀਐਫਐਸਸੀ ਵੀ ਉਹ ਲੜਕੀ ਹੈ, ਉਹ ਵੀ ਮੰਡੀਆਂ 'ਚ ਰਹੀ ਹੈ। ਉਹਨਾਂ ਨੇ ਸਾਰੇ ਸਟੇਕ ਹੋਲਡਰਸ ਨੂੰ, ਟਰਾਂਸਪੋਰਟਰਸ ਨੂੰ, ਲੇਬਰ ਨੂੰ, ਆੜ੍ਹਤੀ ਐਸੋਸੀਏਸ਼ਨ ਨੂੰ, ਸਭ ਨੂੰ ਬੁਲਾ ਕੇ ਕਲੀਅਰ ਕਰ ਦਿੱਤਾ। ਇੱਕ ਵੀ ਬੰਦਾ ਜੇ ਪਕੜਿਆ ਗਿਆ ਲਾਇਸੈਂਸ ਵੀ ਕੈਂਸਲ ਕਰਾਂਗੇ ਤੇ ਨਾਲ ਬੁੱਕ ਵੀ ਕਰਾਂਗੇ। ਪਰ ਕਿਸਾਨਾਂ ਦੀਆਂ ਔਕੜਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ, ਕਿਉਂਕਿ ਹੁਣ ਉਹਨਾਂ ਨੂੰ ਵੱਧ ਕਣਕ ਦੀ ਘੱਟ ਕੀਮਤ ਦੇ ਕੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਵਿੱਚ। ਇੱਥੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਪਿੰਡ ਫਫੜੇ ਭਾਈਕੇ ਵਿੱਚ ਇੱਕ ਕਿਸਾਨ ਦੀ ਕਣਕ 8 ਤੋਂ 10 ਕਿਲੋ ਪ੍ਰਤੀ ਬੋਰੀ ਜ਼ਿਆਦਾ ਤੋਲਦਿਆਂ ਹੋਇਆਂ ਆੜ੍ਹਤੀਆਂ ਨੂੰ ਫੜ ਲਿਆ ਸੀ, ਪਰ ਪ੍ਰਸ਼ਾਸਨ ਨੇ ਕਿਸਾਨ ਅਤੇ ਆੜ੍ਹਤੀ ਵਿਚਾਲੇ ਸਮਝੌਤਾ ਕਰਵਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨਾਲ ਹੁੰਦੀ ਲੁੱਟ ਹੋਰ ਜ਼ਿਆਦਾ ਵੱਧ ਗਈ ਹੈ। ਜਮਹੂਰੀ ਕਿਸਾਨ ਸਭਾ ਦੇ ਮੈਂਬਰਾਂ ਨੇ ਕਿਸਾਨਾਂ ਨਾਲ ਲੁੱਟ ਕਰਨ ਵਾਲਿਆਂ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਏ ਨੇ। ਕਾਰਵਾਈ ਦੇ ਰੂਪ ਵਿੱਚ ਇੱਕ ਆੜ੍ਹਤੀ ਦਾ ਲਾਇਸੈਂਸ ਵੀ ਰੱਦ ਕੀਤਾ ਗਿਆ। ਜਦੋਂ ਰਾਤ ਨੂੰ ਇਹਨਾਂ ਨੇ ਤੋਲ ਲਾਇਆ, 5 ਘਰਾਂ ਦੀਆਂ ਬੋਰੀਆਂ ਜਦੋਂ ਭਰੀਆਂ, ਰਾਤੇ ਰਾਤ ਭਰਤੀਆਂ, ਸਵੇਰ ਨੂੰ ਜਦੋਂ ਬੋਰੀਆਂ ਦੇ ਵਿੱਚ ਕਣਕ ਜ਼ਿਆਦਾ ਸੀ, ਉਹ ਕਿਸਾਨਾਂ ਨੂੰ ਸ਼ੱਕ ਹੋ ਗਿਆ ਵੀ ਸਾਡੀ ਕਣਕ ਵੱਧ ਤੋਲੀ ਗਈ ਆ, ਤਾਂ ਉਹਨਾਂ ਨੇ ਸਾਨੂੰ ਜਥੇਬੰਦੀਆਂ ਵਾਲਿਆਂ ਨੂੰ ਸੱਦਿਆ। ਜਦੋਂ ਅਸੀਂ ਆ ਕੇ ਮਾਰਕੀਟ ਕਮੇਟੀ ਦਾ ਜਿਹੜਾ ਸਕੱਤਰ ਆ ਉਹਨੂੰ ਸੱਦ ਕੇ ਉਹਦੀ ਹਾਜ਼ਰੀ ਦੇ ਵਿੱਚ ਤੋਲ ਆ ਜਿਹੜਾ ਚੈੱਕ ਕਰਿਆ, ਉਹ ਤੋਲ ਦੇ ਵਿੱਚ ਅਸੀਂ ਪਾਇਆ ਵੀ ਤਕਰੀਬਨ 12 ਕਿਲੋ, 8 ਕਿਲੋ, 6 ਕਿਲੋ, 2 ਕਿਲੋ ਤੱਕ ਜਿਹੜੀਆਂ ਬੋਰੀਆਂ ਦੇ ਵਿੱਚ ਵੱਧ ਕਣਕ ਭਰੀ ਹੋਈ ਸੀਗੀ। ਸਰਕਾਰੀ ਦਾਅਵੇ ਆਪਣੀ ਥਾਂ ਨੇ, ਪਰ ਦਾਅਵਿਆਂ ਤੇ ਅਮਲ ਕਦੋਂ ਹੋਏਗਾ ਕੋਈ ਨਹੀਂ ਜਾਣਦਾ। ਦਾਅਵਿਆਂ ਤੇ ਕਾਰਵਾਈ ਦੇ ਹੁਕਮਾਂ ਵਿਚਾਲੇ ਪਿਸ ਰਿਹਾ ਹੈ ਅੰਨਦਾਤਾ। ਸਰਕਾਰੀ ਅਵੇਸਲਾਪਣ ਕਿਸਾਨਾਂ ਦੀਆਂ ਦਿੱਕਤਾਂ ਵਧਾ ਰਿਹਾ ਹੈ। ਇਲਜ਼ਾਮਾਂ ਦੇ ਘੇਰੇ ਵਿੱਚ ਵੀ ਕਾਂਗਰਸੀ ਆਗੂ ਹੀ ਨੇ।
ਸਵਾਲ ਵੀ ਇਹੀ ਹੈ ਕਿ ਕਾਰਵਾਈ ਕਰਨ ਵਿੱਚ ਦੇਰ ਕਿਉਂ ਹੋ ਰਹੀ ਹੈ। ਕੀ ਆਪਣਿਆਂ ਨੂੰ ਬਚਾਉਣ ਲਈ ਸਰਕਾਰੀ ਤੰਤਰ ਚੁੱਪਧਾਰੀ ਬੈਠਾ ਹੈ? ਕਦੋਂ ਕਿਸਾਨਾਂ ਨਾਲ ਹੁੰਦੇ ਲੁੱਟ ਤੇ ਲਗਾਮ ਲੱਗੇਗੀ? ਬਿਊਰੋ ਰਿਪੋਰਟ, PTC ਨਿਊਜ਼। ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਗਰਾਊਂਡ ਜ਼ੀਰੋ ਤੋਂ ਜੋ ਰਿਪੋਰਟ ਹੈ, ਯਾਨੀ ਕਿ ਜੋ ਦਾਅਵੇ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਏਗੀ, ਲੇਕਿਨ ਬਾਵਜੂਦ ਇਸ ਦੇ ਜ਼ਮੀਨੀ ਹਕੀਕਤ ਕੀ ਕਹਿੰਦੀ ਹੈ, ਇਸ ਦੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਸੀਂ ਦਿਖਾਵਾਂਗੇ ਵੀ ਤੇ ਗਰਾਊਂਡ ਰਿਪੋर्ट भी साढ़े दर्शकों तक पहुंचावांगे, क्योंकि फिलहाल तक ਦੀਆਂ जो खबरां आ रही ने उस दे मुताबिक जो जानकारियां मिल रही ने उस दे मुताबिक किसान फिलहाल परेशान ही नज़र आ रहे हैं। देश का अंदाता फिलहाल परेशान ही नज़र आ रहा है क्योंकि मंडियां च कणक दे अंबार लगे ने, लेकिन लिफ्टिंग का कोई बंदोबस्त नहीं है। कई मंडियां दे विच हालात अजिहे ने कि मंडियां दे विच कई तरह दी जो सहूलतां होणीआं चाहीदियां ने किसानां दे लई ਉਹ भी ਮੰਡੀਆਂ ਦੇ ਵਿੱਚ ਮੌਜੂਦ ਨਹੀਂ ਨੇ। ਇਸ ਤੋਂ ਇਲਾਵਾ ਕਾਲਾ ਬਾਜ਼ਾਰੀ ਵੀ ਖੁੱਲ ਕੇ ਸਾਹਮਣੇ ਆ ਰਹੀ ਹੈ। ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਇਸ ਚੀਜ਼ ਦੀ ਵੀ ਕਿ ਕਣਕ ਵੱਧ ਤੋਲੀ ਜਾ ਰਹੀ ਹੈ, ਲੇਕਿਨ ਅਦਾਇਗੀ ਉਹਨਾਂ ਨੂੰ ਘੱਟ ਰੇਟ ਤੇ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡਾਲਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਗੁੰਡਾ ਟੈਕਸ ਕਹਿ ਲਿਆ ਜਾਏ ਤਾਂ ਗਲਤ ਨਹੀਂ ਹੋਏਗਾ। ਇੱਕ ਤਰੀਕੇ ਦੇ ਨਾਲ ਗੁੰਡਾ ਟੈਕਸ ਹੀ ਹੈ ਜੋ ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਕੋਲੋਂ ਵਸੂਲ ਕੀਤਾ ਜਾ ਰਿਹਾ ਹੈ। ਸੋ ਜ਼ਮੀਨੀ ਹਕੀਕਤ उस तो बाद सरकार के जो दावे किए जा रहे हैं, फिलहाल तक भी दावे ही किए जा रहे हैं कि बंदोबस्त पुख्ता ने, तो दावे किते न किते खोखले साबित भी हो रहे हैं। जानकारी ਵੱਖ-ਵੱਖ हिस्सियां तो देवांगे, फिलहाल एक छोटे जे वक्फे के लिए रुकते हैं। ਮੰਡੀਆਂ ਦੀ ਗਰਾਊਂਡ ਰਿਪੋਰਟ ਸਾਡੇ ਦਰਸ਼ਕਾਂ ਨੂੰ ਅੱਜ ਪਹੁੰਚਾਵਾਂਗੇ। ਇਸ ਤੋਂ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਕਿ ਸਰਕਾਰ ਦੇ ਵੱਲੋਂ ਪੁਖਤਾ ਬੰਦੋਬਸਤਾਂ ਦੇ ਦਾਅਵੇ ਤਾਂ ਕੀਤੇ ਗਏ ਨੇ। ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਵੱਲੋਂ ਵੀ ਕਈ ਮੰਡੀਆਂ ਦਾ ਦੌਰਾ ਕੀਤਾ ਗਿਆ। ਸੋ ਉਸ ਤੋਂ ਬਾਅਦ ਇਸ ਚੀਜ਼ ਦੇ ਲਿਖਤੀ ਤੌਰ ਤੇ ਵਿਭਾਗ ਨੂੰ ਆਦੇਸ਼ ਵੀ ਜਾਰੀ ਕੀਤੇ ਗਏ ਸੀ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਣ ਨਾ ਦਿੱਤੀ ਜਾਏ। ਲੇਕਿਨ ਜ਼ਮੀਨੀ ਹਕੀਕਤ ਕੀ ਕਹਿੰਦੀ ਹੈ, ਗੁਰਦਾਸਪੁਰ ਦੀ ਸਭ ਤੋਂ ਪਹਿਲਾਂ ਰਿਪੋਰਟ ਹਾਸਲ ਕਰਦੇ ਹਾਂ। ਰਵੀ ਬਖਸ਼ ਸਿੰਘ ਅਰਸ਼ੀ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਨੂੰ ਦੱਸਣਗੇ। रवि की कहना, दावे किन्ने को पुख्ता नज़र आ रहे हैं या फिर नहीं आ रहे, तो किसानों को जिस तरह दी परेशानियों का सामना करना पै रहा है, की कहती है रिपोर्ट? देखो बिल्कुल गगन, ਜੇਕਰ ਗੱਲ ਕਰੀਏ ਤਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਕਿਸਾਨੀ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ, ਖਾਸ ਕਰਕੇ ਮੰਡੀਆਂ ਦੇ ਵਿੱਚ ਜਦੋਂ ਕਿਸਾਨ ਆਪਣੀ ਜਿੰਸ ਲੈ ਕੇ ਪਹੁੰਚਣਗੇ, ਕਿਉਂਕਿ ਇਹ ਸਮਾਂ ਹੁੰਦਾ ਹੈ ਜਦੋਂ ਕਿਸਾਨ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਲੈ ਕੇ ਮੰਡੀਆਂ 'ਚ ਆਉਂਦਾ ਹੈ ਤਾਂ ਉਹਨੂੰ ਆਸ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਸਦੀ ਉਹਨੂੰ ਪੇਮੈਂਟ ਹੋ ਜਾਏ ਤਾਂ ਜੋ ਕਿ ਸਾਰੇ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ। ਪਰ ਤੁਸੀਂ ਇਹ ਦ੍ਰਿਸ਼ ਹੀ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਗੁਰਦਾਸਪੁਰ ਦੀ ਮੰਡੀ ਦੇ ਵਿੱਚ ਖੜੇ ਹਾਂ ਕਿ ਸਾਰੇ ਪਾਸੇ ਅੰਬਾਰ ਹੀ ਅੰਬਾਰ ਤੁਹਾਨੂੰ ਦਿਖਦੇ ਹੋਣਗੇ ਫਸਲ ਦੇ, ਕਿ ਨਾ ਤੇ ਕੋਈ ਲਿਫਟਿੰਗ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਕਿ ਜੇਕਰ ਨਵੀਂ ਆਮਦ ਹੁੰਦੀ ਹੈ, ਕਿਸਾਨ ਆਪਣੀ ਫਸਲ ਲੈ ਕੇ ਆਉਂਦਾ ਹੈ ਤਾਂ ਉਹ ਆਪਣੀ ਫਸਲ ਨੂੰ ਕਿੱਥੇ ਰੱਖੇਗਾ। ਸਾਰੇ ਪਾਸੇ ਤੇ ਮੰਡੀਆਂ ਦੇ ਵਿੱਚ ਬੋਰੀਆਂ ਦੇ ਵਿੱਚ ਭਰ ਕੇ ਫਸਲ ਜਿਹੜੀ ਹੈ ਉਹ ਲੱਗੀ ਹੋਈ ਹੈ ਤੇ ਨਵੀਂ ਫਸਲ ਕਿੱਥੇ ਰੱਖੀ ਜਾਵੇਗੀ ਇਸ ਤਰ੍ਹਾਂ ਦੇ। ਤੇ ਮੇਰੇ ਨਾਲ ਇੱਥੇ ਕੁਝ ਕਿਸਾਨ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਪ੍ਰਬੰਧ ਲੱਗਦੇ ਨੇ, ਕੀ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ ਕਿ ਬੜੇ ਵਧੀਆ, ਪਰ ਕੀ ਉਸ ਤਰ੍ਹਾਂ ਦੇ ਪ੍ਰਬੰਧ ਨੇ ਜਾਂ ਕੋਈ ਹੋਰ ਕਹਿਣਾ ਜੀ? ਨਹੀਂ, ਜਿੱਦਾਂ ਦੇ ਦਾਅਵੇ ਕੀਤੇ ਸੀ ਉਦਾਂ ਦਾ ਤਾਂ ਕੋਈ ਪ੍ਰਬੰਧ ਨਹੀਂ ਹੈਗਾ। ਬਾਰਦਾਨੇ ਦੀ ਬਹੁਤ ਪ੍ਰੋਬਲਮ ਆ ਰਹੀ ਆ, ਅਸੀਂ ਸਵੇਰ ਦੇ ਆ ਕੇ ਬੈਠੇ ਹੋਏ ਆ ਤਾਂ ਹੁਣ ਬਾਰਦਾਨਾ ਥੋੜਾ ਜਿਹਾ ਆਇਆ ਤੇ ਹੁਣ ਭਰਾਈ ਹੋਈ। ਹੋਰ ਜਿੱਦਾਂ ਬਾਕੀ ਪ੍ਰਬੰਧ ਜਿਹੜੇ ਮੰਡੀਆਂ 'ਚ ਕੀਤੇ ਜਾਂਦੇ ਹਨ ਪਾਣੀ ਦੇ ਜਾਂ ਤੁਹਾਡੇ ਆਉਣ ਦਾ ਬੈਣ ਦਾ, ਕਿਸ ਤਰ੍ਹਾਂ ਦੇ ਪ੍ਰਬੰਧ? ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਤੇ ਬਹੁਤ ਮੁਸ਼ਕਲ ਆਉਂਦੀ ਆ। ਬਾਕੀ ਬਾਰਦਾਨੇ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਆ, ਹੋਰ ਤਾਂ ਕੁਝ ਹੈਗਾ। ਜਿੱਦਾਂ ਦੇ ਦਾਅਵੇ ਕੀਤੇ ਸੀ ਉਦਾਂ ਦੇ ਨਹੀਂ। ਪਹਿਲਾਂ ਕਹਿੰਦੇ ਸੀ ਕਰਜ਼ਾ ਮਾਫ ਕਰ ਦਾਂਗੇ, ਉਹ ਵੀ ਨਹੀਂ ਹੈਗਾ ਤੇ ਹੁਣ ਗਾਂ ਪੇਮੈਂਟ ਦੀ ਵੀ ਪ੍ਰੋਬਲਮ ਆਉਂਦੀ ਆ। ਬਾਕੀ ਬਾਰਦਾਨੇ ਦੀ ਆ ਰਹੀ ਜ਼ਿਆਦਾ, ਕਿੰਨੇ ਕਿੰਨੇ ਦਿਨ ਆ ਕੇ ਬੈਠਣਾ ਪੈਂਦਾ ਮੰਡੀਆਂ 'ਚ। ਤੁਹਾਡੇ ਸਾਹਮਣੇ ਹੀ ਆ, ਕਿਸਾਨ ਵੀਰ ਆ ਕੇ ਬਹਿੰਦੇ ਨੇ, ਰਾਤ ਬਹਿੰਦੇ ਨੇ, ਦੋ ਰਾਤਾਂ ਵੀ ਲੱਗ ਜਾਂਦੀਆਂ ਨੇ ਤੇ ਬਹੁਤ ਪ੍ਰੋਬਲਮ ਆ ਰਹੀ ਹੈ ਬਾਰਦਾਨੇ। ਤੁਸੀਂ ਸੁਣਿਆ ਗਗਨ, ਕਿਸਾਨ ਜੋ ਆਪਣੀ ਜਿੰਸ ਲੈ ਕੇ ਇੱਥੇ ਪਹੁੰਚਿਆ ਹੈ, ਉਹ ਕਹਿੰਦਾ ਮੈਂ ਸਵੇਰ ਦਾ ਇੱਥੇ ਪਹੁੰਚਿਆ ਹੋਇਆ ਤੇ ਹਾਲੇ ਤੱਕ ਕੋਈ ਬਾਰਦਾਨਾ ਨਹੀਂ ਉਹਨਾਂ ਨੂੰ ਮਿਲ ਸਕਿਆ। ਉਹਨਾਂ ਦਾ ਪੱਖਾ ਜਿਹੜੀ ਫਸਲ ਹੈ ਉਸ ਦੀ ਉਹ ਜਿਹੜੀ ਹੈ ਉਹ ਤਲਾਈ ਨਹੀਂ ਹੋ ਸਕੀ ਤੇ ਬੜੇ ਪਰੇਸ਼ਾਨ ਨੇ। ਤੇ ਬਾਕੀ ਜਿਹੜੇ ਪਾਣੀ ਦੇ ਪ੍ਰਬੰਧ ਜਾਂ ਹੋਰ ਕੋਈ ਪ੍ਰਬੰਧ ਮੰਡੀਆਂ ਦੇ ਵਿੱਚ ਕਰਨ ਦਾ ਦਾਅਵਾ ਸੀ ਉਹ ਵੀ ਨਹੀਂ, ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਵੀ ਨਹੀਂ ਮੁਹੱਈਆ ਕਰਵਾਈਆਂ ਗਈਆਂ। ਠੀਕ ਹੈ, ਸਾਡੇ ਨਾਲ ਸਾਡੇ ਸਹਿਯੋਗੀ ਪਤਰਸ ਮਸੀਹ ਵੀ ਜਲੰਧਰ ਤੋਂ ਬਣੇ ਹੋਏ ਨੇ। ਪਤਰਸ, ਕੀ ਜਾਣਕਾਰੀ ਹੈ ਕਿ ਸਾਥ ਤੁਸੀਂ ਮੌਜੂਦ ਹੋ, ਕਿਸ ਤਰ੍ਹਾਂ ਦੇ ਬੰਦੋਬਸਤ ਨਜ਼ਰ ਆਣੇ ਨੇ, ਜ਼ਮੀਨੀ ਹਕੀਕਤ ਕੀ ਕਹਿੰਦੀ ਹੈ?
ਜੀ ਗਗਨ ਦੇਖੋ, ਮੈਂ ਇਸ ਵਕਤ ਜਲੰਧਰ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹੈਗਾ ਔਰ ਜਿੱਥੋਂ ਤੱਕ ਪ੍ਰਬੰਧਨ ਦੀ ਗੱਲ ਕਰੀਏ, ਮੈਂ ਪਹਿਲਾਂ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਕੁਝ ਵਿਖਾਉਣਾ ਚਾਹਾਂਗਾ ਕਿ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੇ ਆ ਕਣਕ ਦੇ ਅੰਬਾਰ ਲੱਗੇ ਹੋਏ ਨਜ਼ਰ ਆ ਰਹੇ ਹੈਗੇ ਨੇ। ਜ਼ਿਲ੍ਹੇ ਦੇ ਵਿੱਚ ਜਿਹੜੀ ਲਿਫਟਿੰਗ ਦੀ ਗੱਲ ਕਰੀਏ, ਲਿਫਟਿੰਗ ਜਿਹੜੀ ਹੈ ਜੋ ਸਰਕਾਰੀ ਅੰਕੜੇ ਹੈਗੇ ਨੇ ਉਹਨਾਂ ਅੰਕੜੇ ਦੇ ਮੁਤਾਬਕ 60% ਲਿਫਟਿੰਗ ਜਿਹੜੀ ਹੈ ਹਾਲੇ ਤੱਕ ਹੋ ਸਕੀ ਹੈਗੀ। ਹਾਲੇ ਕਿ ਪਿਛਲੇ ਦਿਨਾਂ ਦੇ ਦੌਰਾਨ ਕੁਝ ਦਿੱਕਤ ਆਈ ਸੀਗੀ ਲਿਫਟਿੰਗ ਨੂੰ ਲੈ ਕੇ, ਬਾਰਦਾਨੇ ਨੂੰ ਲੈ ਕੇ। ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹ ਦਰੁਸਤ ਕਰ ਲਏ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਲਿਫਟਿੰਗ ਦੀ ਸਪੀਡ ਹੈ ਹੋਰ ਵੱਧ ਜਾਏਗੀ। ਪਰ ਹਾਲ ਦੀ ਘੜੀ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੀ ਹੈ ਕਣਕ ਦੇ ਅੰਬਾਰ ਨਜ਼ਰ ਆ ਰਹੇ ਹੈਗੇ ਨੇ। ਜ਼ਿਲ੍ਹੇ ਦੇ ਜੇਕਰ ਅੰਕੜੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਵਿੱਚ 79 ਜਿਹੜੀਆਂ ਮੰਡੀਆਂ ਪੈਂਦੀਆਂ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚ 4,34,412 ਮੀਟ੍ਰਿਕ ਟਨ ਜਿਹੜੀ ਹੈ ਕਣਕ ਦੀ ਆਮਦ ਹੋਈ ਹੈਗੀ ਆ, ਜਿਸ ਦੇ ਵਿੱਚੋਂ ਤਕਰੀਬਨ 60% ਕਣਕ ਜਿਹੜੀ ਹੈ ਉਹ ਲਿਫਟਡ ਹੋ ਚੁੱਕੀ ਹੈ। ਵੱਖ-ਵੱਖ ਏਜੰਸੀਆਂ ਨੇ ਜਿਹੜੀ ਹੈ ਕਣਕ ਖਰੀਦੀ ਹੈਗੀ। ਹਾਲਾਂਕਿ ਬੀਤੇ ਦਿਨ ਜਲੰਧਰ ਦੇ ਆਸ-ਪਾਸ ਦੇ ਜਿਹੜੇ ਇਲਾਕੇ ਹੈਗੇ ਆ, ਜਿੱਥੇ ਛੋਟੀਆਂ ਮੰਡੀਆਂ ਹੈਗੀਆਂ ਨੇ, ਉੱਥੇ ਬਾਰਦਾਨੇ ਦੀ ਸਮੱਸਿਆ ਕੁਝ ਮੰਡੀਆਂ ਦੇ ਵਿੱਚ ਆਈ ਸੀ। ਪਰ ਹਾਲ ਦੀ ਘੜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ, ਮੰਡੀ ਅਫਸਰਾਂ ਦਾ ਕਹਿਣਾ ਹੈ ਕਿ ਉਹ ਮਸਲਾ ਹੱਲ ਕਰ ਲਿਆ ਗਿਆ ਹੈ, ਬਾਰਦਾਨੇ ਦੀ ਸਮੱਸਿਆ ਦੂਰ ਕਰ ਲਈ ਗਈ ਹੈ ਔਰ ਹੁਣ ਜਿਹੜੀ ਲਿਫਟਿੰਗ ਦੀ ਜਿਹੜੀ ਪ੍ਰੋਸੈਸ ਹੈਗਾ ਉਹਨਾਂ ਦਿਨਾਂ ਵਿੱਚ ਤੇਜ਼ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ। ਪਰ ਜਿਵੇਂ ਇਹ ਸੀਜ਼ਨ ਜਾਂ ਜਿਹੜਾ ਇਹ ਮੌਕਾ ਜਿਹੜਾ ਇਸ ਵਕਤ ਪੀਕ ਦੇ ਉੱਪਰ ਹੈਗਾ ਆ, ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਵਕਤ ਕਣਕ ਮੰਡੀਆਂ ਦੇ ਵਿੱਚ ਪਹੁੰਚ ਰਹੀ ਹੈਗੀ ਹੈ। ਪਰ ਪ੍ਰਬੰਧ ਤੁਹਾਡੇ ਸਾਹਮਣੇ ਹੈਗੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਮੰਡੀ ਦੇ ਵਿੱਚ ਚਾਰੇ ਪਾਸੇ ਕਣਕ ਦੇ ਅੰਬਾਰ ਨਜ਼ਰ ਆ ਰਹੇ ਨੇ। ਠੀਕ ਹੈ, ਮੰਡੀ 'ਚ ਤੁਸੀਂ ਮੌਜੂਦ ਹੋ, ਕਿਸਾਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਥਰੂ ਕਿਸਾਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਾਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਉਹ ਮਜਬੂਰ ਹੋ ਰਹੇ ਨੇ। ਜੀ ਗਗਨ ਦੇਖੋ, ਮੈਂ ਇਸ ਵਕਤ ਕਿਸਾਨ ਜਿਹੜੇ ਹੈਗੇ ਨੇ ਮੇਰੇ ਥੋੜੇ ਨਜ਼ਦੀਕ ਕੋਈ ਨਹੀਂ ਹੈਗਾ। ਮੈਂ ਲਿਫਟਿੰਗ ਵਾਲੇ ਪਾਸੇ ਖੜਾ ਹੈਗਾ, ਜਿੱਥੋਂ ਕਿ ਟਰੱਕ ਤੁਸੀਂ ਵੇਖ ਸਕਦੇ ਹੋ, ਟਰੱਕ ਆ ਰਹੇ ਹੈਗੇ ਨੇ, ਕਿਉਂਕਿ ਜ਼ਿਆਦਾਤਰ ਸ਼ਾਮ ਦੇ ਵੇਲੇ ਜਿਹੜੀ ਹੈ ਲਿਫਟਿੰਗ ਜਿਹੜੀ ਹੈ ਸਾਨੂੰ ਪਤਾ ਲੱਗਾ ਕਿ ਹੁੰਦੀ ਹੈ ਮੰਡੀਆਂ ਦੇ ਵਿੱਚੋਂ ਟਰੱਕ ਜਿਹੜੇ ਹੈਗੇ ਨੇ। ਹਾਲਾਂਕਿ ਪਹਿਲਾਂ ਟਰੱਕ ਆਪਰੇਟਰਾਂ ਦੇ ਵੱਲੋਂ ਇਹ ਰੇੜਕਾ ਸੀਗਾ ਸਰਕਾਰ ਦੇ ਨਾਲ ਕਿ ਉਹ ਲਿਫਟਿੰਗ ਨਹੀਂ ਹੋ ਕਰਨਗੇ, ਪਰ ਹੁਣ ਜਿਹੜੀ ਹੈ ਲਿਫਟਿੰਗ ਕੁਝ ਟਰੱਕ ਆਪਰੇਟਰਾਂ ਜਿਹੜੇ ਨੇ ਟੈਂਡਰ ਪਾਸ ਸੀਗੇ। ਸਾਡੇ ਨਾਲ ਰਵੀ ਸਿੰਘ ਅਰਸ਼ੀ ਵੀ ਜੁੜੇ ਹੋਏ ਨੇ। ਰਵੀ, ਬਹੁਤ ਸਾਰੀਆਂ ਮੰਡੀਆਂ 'ਚ ਦਿੱਕਤ ਪੇਸ਼ ਆ ਰਹੀ ਹੈ ਕਿ ਲਿਫਟਿੰਗ ਹੋ ਨਹੀਂ ਰਹੀ, ਜੇ ਕਿਤੇ ਹੋ ਰਹੀ ਹੈ ਤੇ ਦੇਰੀ ਦੇ ਨਾਲ ਹੋ ਰਹੀ ਹੈ। ਗੁਰਦਾਸਪੁਰ ਦੀ ਮੰਡੀ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਦੀ ਕੀ ਸਥਿਤੀ ਹੈ? ਜੇਕਰ ਗੁਰਦਾਸਪੁਰ ਦੀ ਵੀ ਗੱਲ ਕਰਦੇ ਹਾਂ ਤਾਂ ਗੁਰਦਾਸਪੁਰ ਦੇ ਮੰਡੀ ਦੇ ਦ੍ਰਿਸ਼ ਹੀ ਤੁਹਾਨੂੰ ਇਹ ਦਿਖਾਈ ਦਿੰਦੇ ਹੋਵੋਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਲਿਫਟਿੰਗ ਦੀ ਕਿੰਨੀ ਬੁਰੀ ਹਾਲਾਤ ਨੇ। ਕਿਉਂਕਿ ਦੇਖੋ ਤਰਪਾਲਾਂ ਤੱਕ ਉੱਤੇ ਪਾਈਆਂ ਹੋਈਆਂ ਨੇ। ਤਰਪਾਲਾਂ ਕਿਉਂ ਪਾਈਆਂ ਗਈਆਂ ਨੇ? ਕਿਉਂਕਿ ਪੱਕੇ ਤੌਰ ਦੇ ਉੱਤੇ ਜਿਹੜੀਆਂ ਮੰਡੀਆਂ ਦੇ ਵਿੱਚ ਹੀ ਬੋਰੀਆਂ ਦੀਆਂ ਧਾਂਗਾਂ ਲੱਗ ਚੁੱਕੀਆਂ ਨੇ ਤੇ ਲਿਫਟਿੰਗ ਨਹੀਂ ਹੋ ਪਾ ਰਹੀ। ਇਹ ਆਪਣੇ ਆਪ ਦੇ ਵਿੱਚ ਹੀ ਇਹ ਦ੍ਰਿਸ਼ ਜੋ ਹੈ ਉਹ ਬਿਆਨ ਕਰ ਰਹੇ ਨੇ। ਬਾਕੀ ਜਿਹੜੀਆਂ ਨੇ ਉਹ ਬੋਰੀਆਂ ਜਿਹੜੀਆਂ ਨੇ ਸਾਰੇ ਪਾਸੇ ਧਾਂਗਾ ਤੁਸੀਂ ਦੇਖ ਸਕਦੇ ਹੋ, ਜਿੱਥੇ ਜਿੱਥੇ ਤੱਕ ਮੰਡੀ ਦੀ ਹਦੂਦ ਹੈਗੀ ਆ ਸਾਰੇ ਪਾਸੇ ਹੀ ਕਣਕ ਦੀਆਂ ਬੋਰੀਆਂ ਦੀ ਜਿਹੜੀ ਹੈ ਉਹ ਧਾਂਗਾ ਲੱਗੀਆਂ ਹੋਈਆਂ ਨੇ, ਜਿਹਦੇ ਸਾਫ਼ ਇਹ ਦਰਸਾ ਰਹੀਆਂ ਨੇ ਕਿ ਲਿਫਟਿੰਗ ਜਿਹੜੀ ਹੈ ਉਹ ਨਾ ਮਾਤਰੀ ਜਿਹੜੀ ਹੈ ਉਹ ਇੱਥੇ ਚੱਲ ਰਹੀ ਹੈ। ਨਵੀਂ ਵਿਭਾਗੀ ਅਧਿਕਾਰੀ ਕੀ ਕਹਿੰਦੇ ਨੇ? ਵਿਭਾਗੀ ਅਧਿਕਾਰੀ ਕੀ ਕਹਿੰਦੇ ਨੇ? ਜਿਹੜੀ ਹੈ ਸਮੱਸਿਆ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਹੈ। ਵਿਭਾਗੀ ਅਧਿਕਾਰੀ ਕੀ ਕਹਿੰਦੇ ਨੇ? ਕਿਉਂਕਿ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਜਦੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਸੀ ਤਮਾਮ ਤਾਂ ਉਹ ਹਮੇਸ਼ਾ ਇਹੋ ਜੀ ਵਿਭਾਗੀ ਅਧਿਕਾਰੀਆਂ ਦਾ ਤੇ ਹਮੇਸ਼ਾ ਇਹੋ ਹੀ ਕਹਿਣਾ ਹੈ ਕਿ ਅਸੀਂ ਜਿਹੜਾ ਹੈ ਆਪਣੇ ਪੂਰੇ ਜ਼ੋਰ ਦੇ ਨਾਲ ਇਹ ਕਰ ਰਹੇ ਹਾਂ ਕਿ ਅਸੀਂ ਲਿਫਟਿੰਗ ਵੱਧ ਤੋਂ ਵੱਧ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸਾਡੇ ਨਾਲ ਅਸੀਂ ਇਸ ਵਾਸਤੇ ਸਾਧਨ ਵੀ ਲਗਾਏ ਹੋਏ ਨੇ, ਪਰ ਜੋ ਹਕੀਕਤ ਤੁਸੀਂ ਮੰਡੀਆਂ ਦੀ ਜਿਹੜੀ ਦ੍ਰਿਸ਼ਾਂ ਦੇ ਵਿੱਚ ਦੇਖ ਰਹੇ ਹੋ ਤੇ ਤੁਹਾਨੂੰ ਸਾਫ਼ ਦਿਖਾਈ ਦਿੰਦਾ ਹੋਵੇਗਾ ਕਿਤੇ ਕਿਤੇ ਜ਼ਰੂਰ ਜਿਹੜੇ ਟਰੱਕ ਜਿਹੜੇ ਆ ਉਹ ਖੜੇ ਕੀਤੇ ਗਏ ਨੇ ਜਾਂ ਟਰਾਲੀਆਂ ਲੱਗੀਆਂ ਹੋਈਆਂ ਨੇ ਲਿਫਟਿੰਗ ਵਾਸਤੇ, ਪਰ ਜਿੰਨੇ ਜ਼ੋਰ ਦੇ ਵਿੱਚ ਲਿਫਟਿੰਗ ਹੋਣੀ ਚਾਹੀਦੀ ਸੀ ਉਹ ਹੁੰਦੀ ਦਿਖਾਈ ਨਹੀਂ ਦੇ ਰਹੀ, ਜਿਸ ਦੇ ਕਾਰਨ ਹੀ ਇਹ ਸਾਰੇ ਮੰਡੀਆਂ ਦੇ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਦਿਖਾਈ ਦੇ ਰਹੇ। ਠੀਕ ਹੈ, ਟਰੈਕਟਰ ਟਰਾਲੀਆਂ ਦਾ ਵੀ ਮੁੱਦਾ ਖਾਸਾ ਗਰਮਾਇਆ, ਉਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਇਹ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਦੇਣ ਦਾ ਦਾਅਵਾ ਕੀਤਾ ਸੀ ਸਰਕਾਰ ਨੇ, ਤੇ ਦਾਅਵੇ ਜ਼ਮੀਨੀ ਹਕੀਕਤ ਕੀ ਹੈ, ਕਿੰਨੇ ਕੁ ਸੱਚ ਸਾਬਿਤ ਹੋਏ ਨੇ, ਇਸ ਦੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹ ਤਸਵੀਰ ਸਾਡੇ ਦਰਸ਼ਕਾਂ ਤੱਕ ਜੋ ਪਹੁੰਚਾਵਾਂਗੇ ਪੰਜਾਬ ਦੀ ਹਰ ਮੰਡੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਖਰੀਦੀ ਜਾ ਚੁੱਕੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ ਹੈ। ਲਿਫਟਿੰਗ ਬੰਦੋਬਸਤ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਨੇ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ, ਕਿਸਾਨਾਂ ਦੀ ਰਾਤ ਦੀ ਨੀਂਦ ਇਸ ਚੇਤਾਵਨੀ ਨੇ ਉਡਾ ਦਿੱਤੀ ਹੈ। ਕਿਤੇ ਬੋਰੀਆਂ ਦੇ ਅੰਬਾਰ ਲੱਗੇ ਨੇ ਪਰ ਲਿਫਟਿੰਗ ਨਹੀਂ ਹੋ ਰਹੀ, ਤਾਂ ਕਿਤੇ ਖੁੱਲੇ ਅਸਮਾਨ ਹੇਠ ਕਿਸਾਨ ਦਾ ਸੋਨਾ ਪਿਆ ਕਿਉਂਕਿ ਬਾਰਦਾਨੇ ਦੀ ਕਮੀ ਪੇਸ਼ ਆ ਰਹੀ ਹੈ। ਇਹ ਤਸਵੀਰ ਪੰਜਾਬ ਦੀ ਤਕਰੀਬਨ ਹਰ ਮੰਡੀ ਦੀ ਹੈ, ਜੋ ਗਵਾਹੀ ਭਰ ਰਹੀ ਹੈ ਕਿ ਕਿਵੇਂ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਦਾਅਵਿਆਂ ਨੂੰ ਪੂਰਾ ਕਰਨ 'ਚ ਨਾਕਾਮ ਸਾਬਤ ਹੋਇਆ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਜਦੋਂ ਅਜਿਹੇ ਹਾਲਾਤ ਨੇ ਤਾਂ ਕਿਤੇ ਹੋਰ ਪ੍ਰਬੰਧਾਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇੱਥੇ ਵੀ ਲਿਫਟਿੰਗ ਦੀ ਉਡੀਕ ਵਿੱਚ ਕਿਸਾਨ ਅਤੇ ਆੜ੍ਹਤੀ ਪਰੇਸ਼ਾਨ ਹੋ ਰਹੇ ਨੇ, ਪਰ ਲਿਫਟਿੰਗ ਕੱਛੂ ਕੰਮੇ ਦੀ ਰਫ਼ਤਾਰ ਦੇ ਨਾਲ ਹੋ ਰਹੀ ਹੈ, ਜਿਸ ਦੀ ਇੱਕ ਵਜ੍ਹਾ ਹੈ ਟਰੱਕ ਆਪਰੇਟਰਾਂ ਵੱਲੋਂ ਲਿਫਟਿੰਗ ਦਾ ਬਾਈਕਾਟ ਕਰਨਾ। ਸਰਕਾਰ ਨੇ ਨਵੀਂ ਟਰਾਂਸਪੋਰਟ ਪਾਲਿਸੀ ਬਣਾਈ ਜਿਸ ਕਰਕੇ ਟਰੱਕ ਆਪਰੇਟਰ ਨਾਰਾਜ਼ ਨੇ। ਹਾਲਾਂਕਿ ਸਰਕਾਰ ਨੇ ਇਸ ਦਾ ਹੱਲ ਟਰੈਕਟਰ ਟਰਾਲੀਆਂ ਤੋਂ ਲਿਫਟਿੰਗ ਕਰਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹ ਤਰੀਕਾ ਕਿੰਨਾ ਕੁ ਕਾਮਯਾਬ ਹੋਇਆ ਇਸ ਦੀਆਂ ਤਸਵੀਰਾਂ ਸਾਹਮਣੇ। ਅਜਿਹੇ 'ਚ ਖਾਮਿਆਜ਼ਾ ਭੁਗਤ ਰਹੇ ਨੇ ਕਿਸਾਨ ਅਤੇ ਆੜ੍ਹਤੀ। ਮੌਸਮ ਕਦੋਂ ਕਰਵਟ ਬਦਲ ਲਵੇ ਇਸੇ ਦਾ ਡਰ ਹਰ ਕਿਸੇ ਨੂੰ ਸਤਾ ਰਿਹਾ, ਕਿਉਂਕਿ ਇਸ ਨਾਲ 6 ਮਹੀਨਿਆਂ ਦੀ ਕਿਸਾਨਾਂ ਦੀ ਮਿਹਨਤ ਪਾਣੀ 'ਚ ਰੁੜ ਜਾਵੇਗੀ। ਇਹ ਤਾਂ ਕੀ ਕਹਿ ਸਕਦੇ ਹੁਣ, ਸਰਕਾਰਾਂ ਤੇ ਜੋ ਮਰਜ਼ੀ ਦੇ ਮਾਲਕ ਨੇ ਜੀ, ਸਾਡੀ ਤਾਂ ਕੋਈ ਸੁਣਦਾ ਨਹੀਂ, ਜ਼ਿਮੀਂਦਾਰਾਂ ਦਾ ਕੋਈ ਸੁਣਦਾ ਜੀ। ਜ਼ਿਮੀਂਦਾਰੇ ਸੁਣਨ ਫਿਰ ਤਾਂ ਕੋਈ ਰੌਲਾ ਨਹੀਂ ਹੈਗਾ। ਡਰ ਤਾਂ ਬਹੁਤ ਜ਼ਿਆਦਾ ਰਿਹਾ, 6 ਮਹੀਨੇ ਦੀ ਮਿਹਨਤ ਆ ਜੀ, ਮਾੜਾ ਮੋਟਾ ਉਹ ਮੀਂਹ ਝੋਲਾ ਆ ਗਿਆ, ਸਾਰੀ ਬੇਕਾਰ ਆ ਸਾਡੀ 6 ਮਹੀਨੇ ਦੀ ਮਿਹਨਤ। ਮੰਡੀ ਵਿੱਚ ਕਣਕ ਦੇ ਅੰਬਾਰ ਲੱਗੇ ਨੇ, ਜਿਸ ਕਰਕੇ ਕਈ ਕਿਸਾਨਾਂ ਨੂੰ ਆਪਣੀ ਕਣਕ ਰੱਖਣ ਦੀ ਥਾਂ ਹੀ ਨਹੀਂ ਮਿਲ ਰਹੀ, ਤੇ ਜਿਨ੍ਹਾਂ ਕਿਸਾਨਾਂ ਕੋਲ ਥਾਂ ਹੈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਬਾਰਦਾਨਾ ਨਹੀਂ ਮਿਲ ਰਿਹਾ ਕਿ ਉਹ ਬੋਰੀਆਂ 'ਚ ਭਰ ਕੇ ਆਪਣੀ ਕਣਕ ਨੂੰ ਰੱਖ ਸਕਣ। ਪਰ ਚੁਣੌਤੀਆਂ ਸਿਰਫ ਕਿਸਾਨਾਂ ਅੱਗੇ ਨਹੀਂ, ਸਗੋਂ ਆੜ੍ਹਤੀਆਂ ਸਾਹਮਣੇ ਵੀ ਨੇ, ਜੋ ਆਪਣੀ ਵਿਕੀ ਹੋਈ ਕਣਕ ਦੀ ਲਿਫਟਿੰਗ ਦੀ ਉਡੀਕ ਕਰ ਰਹੇ ਨੇ, ਪਰ ਸਰਕਾਰੀ ਏਜੰਸੀਆਂ ਖਰੀਦ ਦੇ ਬਾਵਜੂਦ ਕਣਕ ਨਹੀਂ ਚੁੱਕ ਰਹੀਆਂ। ਸਾਡੀ ਮੰਡੀ 4 ਏਜੰਸੀਆਂ ਨੂੰ ਅਲਾਟ ਹੋਈ ਸੀ, FCI, ਪਨਗ੍ਰੇਨ, ਪੰਚਵ ਤੇ ਮਾਰਕਫੈਡ। FCI ਨੇ ਅੱਜ ਦਿਨ ਤੱਕ ਇੱਕ ਵੀ ਦਾਣਾ ਪਰਚੇਜ ਨਹੀਂ ਕੀਤਾ, ਇਸ ਕਰਕੇ ਜਿਹੜਾ ਇਹ ਵਜਨ ਸੀਗਾ ਇਹ 3 ਏਜੰਸੀਆਂ ਪਰ ਪੈ ਗਿਆ। ਉਹਨਾਂ ਕੋਲ ਜਿੰਨੇ ਆਪਣੇ ਸੋਰਸ ਇੰਤਜ਼ਾਮ ਥਾ ਬਾਰਦਾਨੇ ਵਗੈਰਾ ਦਾ ਉਹ ਫੁੱਲ ਹੋ ਚੁੱਕਿਆ। ਉਸ ਤੋਂ ਬਾਅਦ ਜਗ੍ਹਾ ਦੀ ਪ੍ਰੋਬਲਮ ਵੀ ਡਿਊ ਟੂ ਦਾ ਕ੍ਰੀਏਟਡ ਬਾਈ ਦਾ FCI। ਮੰਡੀ 'ਚ ਮਾਲ ਅੰਬਾਰ ਲੱਗੇ ਹੋਏ ਆ, ਭੰਡਾਰ ਭਰੇ ਪਏ ਆ ਮੰਡੀਆਂ। ਮੀਂਹ ਦੀ ਮਾਰ ਦਾ ਨਮੂਨਾ ਪਹਿਲਾਂ ਹੀ ਪੰਜਾਬ ਦੇ ਕਿਸਾਨ ਦੇਖ ਚੁੱਕੇ ਨੇ। ਅਜਿਹੇ 'ਚ ਸਰਕਾਰੀ ਅਣਗਹਿਲੀ ਉਹਨਾਂ ਦੀ ਮਿਹਨਤ ਨੂੰ ਬਰਬਾਦ ਨਾ ਕਰ ਦੇਵੇ, ਇਸ ਦਾ ਡਰ ਹੋਣਾ ਲਾਜ਼ਮੀ ਹੈ। ਪਰ ਸਵਾਲ ਇਹੀ ਹੈ ਕਿ ਜਦੋਂ ਸਰਕਾਰ ਆਪਣੇ ਦਾਅਵੇ ਪੂਰੇ ਨਹੀਂ ਕਰ ਸਕਦੀ ਤਾਂ ਜਨਤਾ ਨੂੰ ਅਜਿਹੇ ਵਾਅਦੇ ਕਰਦੀ ਹੀ ਕਿਉਂ ਹੈ। ਖੰਨਾ ਤੋਂ ਨਵਦੀਪ ਆਲੂਵਾਲੀਆ ਦੇ ਨਾਲ ਜਗਜੀਤ ਜੱਗੀ, PTC ਨਿਊਜ਼, ਰੋਪੜ। ਤੇ ਹੁਣ ਫਰੀਦਕੋਟ ਤੋਂ ਸਾਡੇ ਸਹਿਯੋਗੀ ਨਰੇਸ਼ ਸਾਡੇ ਨਾਲ ਜੁੜੇ ਹੋਏ ਨੇ। ਨਰੇਸ਼, ਕੀ ਕਹਿੰਦੀ ਹੈ ਜ਼ਮੀਨੀ ਹਕੀਕਤ? ਹੈਲੋ ਜੀ ਨਰੇਸ਼, ਜ਼ਮੀਨੀ ਹਕੀਕਤ ਕੀ ਕਹਿੰਦੀ ਹੈ? ਜਿੱਥੋਂ ਤੱਕ ਫਰੀਦਕੋਟ ਦੀ ਮੰਡੀ ਦਾ ਅਗਰ ਗੱਲ ਕਰੀਏ ਤਾਂ ਫਰੀਦਕੋਟ ਦੀ ਮੰਡੀ ਦਾ ਹਾਲ ਵੀ ਜਿਹੜਾ ਦੂਸਰੀਆਂ ਮੰਡੀਆਂ ਤੋਂ ਲੱਗ ਨਹੀਂ ਹੈ, ਔਰ ਇੱਥੇ ਵੀ ਜਿਹੜਾ ਲਿਫਟਿੰਗ ਦਾ ਕੰਮ ਜਿਹੜਾ ਬਹੁਤ ਹੌਲੀ ਗਤੀ ਨਾਲ ਚੱਲ ਰਿਹਾ, ਜਿਸ ਕਾਰਨ ਕਿਸਾਨ ਆੜ੍ਹਤੀਏ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਔਰ ਦੂਸਰੀ ਗੱਲ ਦੇਖਣ ਵਾਲੀ ਇਹ ਹੈ ਕਿ ਜਿਹੜਾ ਲਿਫਟਿੰਗ ਦੇ ਨਾਲ ਨਾਲ ਜਿਹੜਾ ਇੱਕ ਟਰੱਕਾਂ ਵਾਲਿਆਂ ਵੱਲੋਂ ਵੀ ਜਿਹੜਾ ਪਰੇਸ਼ਾਨੀ ਦਾ ਜਿਹੜਾ ਦਿੱਤੀ ਜਾ ਰਹੀ ਹੈ ਕਿ ਲੇਬਰ ਤੋਂ ਵੀ ਜਿਹੜਾ ਇੱਕ ਧੱਕੇ ਦੇ ਨਾਲ ਜਿਹੜੀ ਵਸੂਲੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਲੇਬਰ ਵੀ ਕਾਫੀ ਪਰੇਸ਼ਾਨ ਹੈ, ਜਿਸ ਨਾਲ ਜਿਹੜਾ ਕੰਮ ਜਿਹੜਾ ਕਾਫੀ ਪ੍ਰਭਾਵਿਤ ਹੋ ਰਿਹਾ ਔਰ ਮੰਡੀਆਂ ਦੇ ਵਿੱਚ ਜਿਹੜਾ ਅਨਾਜ ਹੈ ਉਹ ਇਸ ਵੇਲੇ ਰੁਲ ਰਿਹਾ ਹੈ ਜੀ। ਠੀਕ ਹੈ, ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਇਸ ਤੋਂ ਵੀ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਹੇ ਨੇ, ਕਿਉਂਕਿ ਇਸ ਦੇ ਕਰਕੇ ਸਿੱਧਾ ਖਾਮਿਆਜ਼ਾ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੀ ਸਹਿਣਾ ਪੈ ਰਿਹਾ। ਨਾਰਾਜ਼ਗੀ ਇਸ ਤੋਂ ਵੀ ਹੈ। ਬਿਲਕੁਲ ਜਦੋਂ ਕਿ ਗੱਲ ਕੀਤੀ ਗਈ ਸੀ ਕਿ ਟਰਾਂਸਪੋਰਟ ਨੀਤੀ ਦੀ ਤਾਂ ਮੁੱਖ ਮੰਤਰੀ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਟਰੈਕਟਰ ਹੈ ਉਹਨਾਂ ਦੇ ਪਰਮਿਟ ਬਣਾ ਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਜਿਹੜਾ ਮੰਡੀਆਂ ਦੇ ਵਿੱਚ ਇੱਕਦਮ ਕਣਕ ਦਾ ਫਲੱਡ ਆਇਆ ਉਸ ਨੂੰ ਚੱਕਿਆ ਜਾ ਸਕੇ, ਆਸਾਨੀ ਨਾਲ ਚੱਕਿਆ ਜਾ ਸਕੇ। ਪਰ ਕਿਤੇ ਨਾ ਕਿਤੇ ਟਰਾਂਸਪੋਰਟ ਵਿਭਾਗ ਵੱਲੋਂ ਵੀ ਜਿਹੜੇ ਇਹਨਾਂ ਦੇ ਜਿਹੜੇ ਪਰਮਿਟ ਹੈ ਸਮੇਂ ਸਿਰ ਜਿਹੜੇ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਜਿਹੜੇ ਟਰੈਕਟਰ ਜਾਂ ਟਰਾਲੀ ਜਿਹੜੀ ਲਿਫਟਿੰਗ ਕਰਨੀ ਦੀ ਇੱਛਾ ਰੱਖਦੇ ਸਨ ਉਹ ਵੀ ਇਸ ਤੋਂ ਪ੍ਰਭਾਵਿਤ ਹੋਏ ਔਰ ਉਹਨਾਂ ਦਾ ਕੰਮ ਵੀ ਲੇਟ ਹੋਣ ਜਿਹੜਾ ਮੰਡੀਆਂ ਦੇ ਵਿੱਚ ਜਿਹੜਾ ਖਰੀਦ ਏਜੰਸੀਆਂ ਵੀ ਖਾਸ ਰੁਚੀ ਦਿਖਾ ਨਹੀਂ ਰਹੀਆਂ। ਨਰੇਸ਼, ਠੀਕ ਹੈ ਨਰੇਸ਼, ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਰੋਜ਼ ਜ਼ਾਹਿਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰ ਪੁਖਤਾ ਬੰਦੋਬਸਤਾਂ ਦੇ ਦਾਅਵੇ ਕੀਤੇ ਗਏ ਨੇ, ਲੇਕਿਨ ਜਿਸ ਤਰ੍ਹਾਂ ਦੀ ਜ਼ਮੀਨੀ ਹਕੀਕਤ ਹੈ ਉਸ ਤੋਂ ਬਿਲਕੁਲ ਖੁਸ਼ ਨਹੀਂ ਨੇ। ਨਿਰਾਸ਼ਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ। ਸਾਡੇ ਨਾਲ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਸਾਡੇ ਸਹਿਯੋਗੀਆਂ ਨੇ ਗਰਾਊਂਡ ਰਿਪੋਰਟ ਜੋ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ, ਉਸ ਦੇ ਲਈ ਰਵੀ ਬਸ ਸਿੰਘ ਅਰਸ਼ੀ ਵੀ ਸਾਡੇ ਨਾਲ ਜੁੜੇ ਹੋਏ ਨੇ। ਰਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ तमाम ਸਹਿਯੋਗੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਰਿਪੋਰਟ ਸਾਨੂੰ ਦਿੱਤੀ ਹੈ, ਗਰਾਊਂਡ ਰਿਪੋਰਟ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ, ਕਿਉਂਕਿ ਕਿਸਾਨ ਪਰੇਸ਼ਾਨ ਹੋ ਰਹੇ ਨੇ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਕਿਸਾਨ ਪਰੇਸ਼ਾਨ ਇਹ ਇੱਕ ਚੰਗੀ ਗੱਲ ਨਹੀਂ ਹੈ। ਸਰਕਾਰ ਨੂੰ ਆਪਣੀ ਜੋ ਨੀਤੀ ਹੈ ਇਸ ਦੇ ਵਿੱਚ ਬਦਲਾਅ ਕਰਨ ਦੀ ਵੀ ਜ਼ਰੂਰਤ ਹੈ ਤਾਂ ਕਿ ਕਿਸਾਨਾਂ ਨੂੰ ਜਿਸ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਮੰਡੀਆਂ ਦੇ ਅੰਦਰ ਸਹਿਣਾ ਪੈ ਰਿਹਾ ਉਹ ਪਰੇਸ਼ਾਨੀਆਂ ਉਹਨਾਂ ਨੂੰ ਪੇਸ਼ ਨਾ ਆਉਣ। ਇਸ ਲਈ ਵਿਭਾਗੀ ਪੱਧਰ ਤੇ ਵੀ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਫਿਲਹਾਲ ਖਬਰ ਖਾਸ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।